नमस्कार, आपका स्वागत है। मैं हूं आपके साथ ज्योति निषाद। बुलेटिन की शुरुआत करते हैं। कैबिनेट मंत्री राजजीत सिंह भुल्लर और आप पंजाब महासचिव डॉक्टर एस अहलूवालिया ने एक महत्वपूर्ण प्रेस कॉन्फ्रेंस की। इस दौरान उन्होंने क्या कुछ कहा, आइए सुनाते हैं। सिर झुका के धन्नवाद करदा आ सारे तरन वालियां दा, क्योंकि जदों भी इत्थे किते भी डिस्ट्रिक्ट दे विच आउंदे रहे आ, बड़ा प्यार मिलदा रहा, बड़ा सत्कार मिलदा रहा। सारे ही भैन भरा मैनूं आपदे परिवार की तरह, आपदे छोटे पुੱਤ जां आपदे छोटे भरा जां वड्डे भरा की तरह समझते रहे आ। ते मैं इहो बेनती करनी आ भी कल नूं तुहाडे महबूब नेता हरमन प्यारे मुख मंत्री पंजाब सरदार भगवंत सिंह मान जी, सरदार हरमीत सिंह संधू ਜਿਹੜੇ ਆਪਣੇ ਕੈਂਡੀਡੇਟ ਨੇ ਇੱਥੋਂ ਆਮ ਆਦਮੀ ਪਾਰਟੀ ਦੇ, ਉਹਨਾਂ ਦੇ ਨੋਮੀਨੇਸ਼ਨ ਦਾਖਲ ਕਰਾਉਣ ਲਈ ਬੋੜੀ ਵਾਲੇ ਚੌਂਕ ਤੋਂ ਸ਼ੁਰੂ ਹੋ ਕੇ ਆਪਾਂ SDM ਦਫ਼ਤਰ ਤੱਕ ਜਾਣਾ ਤੇ ਸਾਰੇ ਹੀ ਸਾਥੀਆਂ ਨੂੰ ਇਹ ਬੇਨਤੀ ਆ, ਆਪਾਂ ਸਾਰਿਆਂ ਨੇ ਪੈਦਲ ਚੱਲ ਕੇ ਜਾਣਾ ਤੇ ਆਪਾਂ ਆਪਣੇ ਮਹਿਬੂਬ ਨੇਤਾ ਹਰਮਨ ਪਿਆਰੇ ਨੇਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਮਤੀ ਵਿਚਾਰ ਵੀ ਸੁਣਨੇ ਆ ਤੇ ਉਹਨਾਂ ਦੇ ਆਪਾਂ ਨਾਲ ਰੋਡ ਸ਼ੋਅ ਦੀ ਸੂਰਤ ਦੇ ਵਿੱਚ ਰੋਡ ਸ਼ੋਅ ਦੇ ਰੂਪ ਦੇ ਵਿੱਚ ਆਪਾਂ ਸਾਰਿਆਂ ਨੇ ਬੋੜੀ ਵਾਲੇ ਚੌਂਕ ਤੋਂ ਕੁਝ ਹੀ ਚੰਦ ਮਿੰਟਾਂ ਦੀ ਦੂਰੀ ਤੇ ਆ SDM ਦਫ਼ਤਰ, ਉੱਥੇ ਆਪਾਂ ਨੋਮੀਨੇਸ਼ਨ ਦਾਖਲ ਕਰਨੇ ਆ। ਤੇ ਨਾਲ ਮੈਂ ਇਹ ਵੀ ਦੱਸੂਗਾ ਕਿ ਆਮ ਆਦਮੀ ਪਾਰਟੀ, ਜਿਵੇਂ ਸੰਨੀ ਆਹਲੂਵਾਲੀਆ ਜੀ ਚੇਅਰਮੈਨ ਸਾਹਿਬ ਨੇ ਦੱਸਿਆ ਵੀ ਆਮ ਆਦਮੀ ਪਾਰਟੀ ਡਿਵੈਲਪਮੈਂਟ ਦੇ ਮੁੱਦੇ ਤੇ ਗੱਲ ਕਰਦੀ ਆ, ਜਿਹੜੀਆਂ ਵਿਰੋਧੀ ਪਾਰਟੀਆਂ ਉਹ ਇੱਕ ਦੂਜੇ ਨੂੰ ਭੰਡ ਕੇ ਇੱਕ ਦੂਜੇ ਦੇ ਐਬ ਕੱਢ ਕੇ ਗੱਲ ਕਰਦੀਆਂ। ਸਾਡਾ ਫਰਜ਼ ਆ ਅਸੀਂ ਇਲੈਕਸ਼ਨ ਲੜੀਏ ਤੇ ਇਲੈਕਸ਼ਨ ਲੜੀਏ ਵਿਕਾਸ ਦੇ ਮੁੱਦੇ ਤੇ, ਲੋਕਾਂ ਦੇ ਕੰਮਾਂ ਦੇ ਮੁੱਦੇ ਤੇ। ਆਮ ਆਦਮੀ ਪਾਰਟੀ ਨੇ ਜੋ ਕਿਹਾ ਉਹਦੇ ਨਾਲੋਂ ਕਈ ਗੁਣਾ ਵੱਧ ਕੀਤਾ। ਜੇ ਕਿਹਾ ਵੀ ਆਪਾਂ ਮਹੱਲਾ ਕਲੀਨਿਕ ਖੋਲ੍ਹਣੇ ਆ, ਇਲਾਜ ਦਵਾਈਆਂ ਟੈਸਟ ਫ੍ਰੀ ਕਰਨੇ ਆ, ਉਹਦੇ ਤਹਿਤ 881 ਹੁਣ ਤੱਕ ਮਹੱਲਾ ਕਲੀਨਿਕ ਖੁੱਲ੍ਹ ਗਿਆ। ਹੁਣ ਆਉਣ ਵਾਲੇ ਸਮੇਂ 'ਚ 200 ਦੇ ਕਰੀਬ ਹੋਰ ਮਹੱਲਾ ਕਲੀਨਿਕ ਵੀ ਥੋੜ੍ਹੇ ਟਾਈਮ ਤੱਕ ਹੀ ਜਿਹੜੇ ਆ ਉਹ ਬਣਨੇ ਸ਼ੁਰੂ ਹੋ ਜਾਣੇ ਆ, ਜਿਹਦੇ 'ਚ ਜਿਵੇਂ ਅੱਗੇ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਪਈਆਂ, ਦਵਾਈਆਂ ਇਲਾਜ ਟੈਸਟ ਫ੍ਰੀ ਹੁੰਦੇ ਪਏ ਆ, ਉਵੇਂ ਉਹ ਉਸੇ ਤਰ੍ਹਾਂ ਨਿਰੰਤਰ ਜਾਰੀ ਰਹਿਣਗੀਆਂ। ਨਾਲ ਜਿਹੜਾ ਸਿਹਤ ਬੀਮਾ ਯੋਜਨਾ ਮੁੱਖ ਮੰਤਰੀ ਸਾਹਿਬ ਵੱਲੋਂ 10 ਲੱਖ ਰੁਪਏ ਦਾ ਸ਼ੁਰੂ ਕੀਤਾ ਗਿਆ, ਉਹਦੀ ਸ਼ੁਰੂਆਤ ਸਾਡੇ ਇੱਥੋਂ ਤਰਨਤਾਰਨ ਤੇ ਬਰਨਾਲੇ ਡਿਸਟ੍ਰਿਕਟ ਤੋਂ ਕੀਤੀ ਗਈ ਹੈ। ਉਹ ਵੀ ਪੂਰੇ ਪੰਜਾਬ ਦੇ ਵਿੱਚ ਹਰ ਪਰਿਵਾਰ ਦਾ ਉਹ ਕਾਰਡ ਬਣਨਾ, ਤੇ ਉਹ ਕਾਰਡ ਕੱਲਾ ਇਹ ਨਾ ਸੋਚੀ ਜਾਈਏ ਵੀ ਆਪਣਾ ਕੱਲਾ ਉਹ ਕਾਰਡ ਹੀ ਆ, ਉਹ ਕਾਰਡ ਆਪਣੀ ਸਿਹਤ ਸੁਰੱਖਿਆ ਦਾ ਇੱਕ ਕਵਚ ਆ। ਉਹ ਕਵਚ ਦੇ ਨਾਲ ਆਪਾਂ ਮਾਣ ਨਾਲ ਇਹ ਕਹਿ ਸਕਦੇ ਹਾਂ ਵੀ ਸਾਡਾ ਪੁੱਤ ਸਾਡਾ ਭਰਾ ਮੁੱਖ ਮੰਤਰੀ ਭਗਵੰਤ ਮਾਨ ਆ। ਜੇ ਕੋਈ ਰੱਬ ਨਾ ਕਰੇ ਪਰਿਵਾਰ 'ਚ ਕੋਈ ਜੀ ਬਿਮਾਰ ਹੁੰਦਾ, ਉਹਦਾ ਸਾਰੇ ਦਾ ਸਾਰਾ ਇਲਾਜ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ, ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਹੋਊਗਾ। ਤੇ ਨਾਲ ਇਹਦੇ 'ਚ ਇਹ ਨਹੀਂ ਵੀ ਇੱਕ ਜੀ ਦਾ ਇਲਾਜ ਹੋ ਗਿਆ ਤੇ ਦੂਜੇ ਜੀ ਮੁੜ ਕੇ ਵੀ ਉਤੋਂ ਵਾਂਝੇ ਰਹਿ ਜਾਣਗੇ। ਜੇ ਮੰਨ ਲਓ ਇੱਕ ਜੀ ਦਾ 4 ਲੱਖ ਦਾ ਇਲਾਜ ਹੋ ਗਿਆ, ਬਾਕੀ 6 ਲੱਖ ਰੁਪਇਆ ਬਚਿਆ, ਉਹ 6 ਲੱਖ ਰੁਪਏ ਦੇ ਨਾਲ ਬਾਕੀ ਜਿਹੜੇ ਪਰਿਵਾਰ ਦੇ ਵਿੱਚ ਰੱਬ ਨਾ ਕਰੇ ਕੋਈ ਜੀ ਢਿੱਲਾ ਮੱਠਾ ਹੁੰਦਾ, ਉਹਨਾਂ ਸਾਰੇ ਜੀਆਂ ਨੂੰ ਉੱਚ ਕਵਰ ਕੀਤਾ ਜਾਊਗਾ। 1 ਸਾਲ ਪੂਰਾ ਹੋਣ ਤੇ ਫਿਰ ਪ੍ਰੋਪਰ 10 ਲੱਖ ਰੁਪਇਆ ਉਸ ਕਾਰਡ ਦੇ ਵਿੱਚ ਆ ਜਾਊਗਾ। ਤੇ ਇਸੇ ਤਰ੍ਹਾਂ ਹੀ ਜੇ ਕਿਹਾ ਸੀ ਵੀ ਆਪਾਂ ਪਰਿਵਾਰਾਂ ਨੂੰ 600 ਯੂਨਿਟ ਬਿਜਲੀ ਮਾਫ ਕਰਾਂਗੇ, 90% ਪਰਿਵਾਰ ਪੂਰੇ ਪੰਜਾਬ ਜਿਹੋ ਜਿਹੇ ਆ ਜਿਨ੍ਹਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਪਿਆ। ਕਿਸਾਨਾਂ ਨੂੰ ਖੇਤਾਂ ਦੇ ਵਿੱਚ ਅੱਗੇ ਰਾਤ ਨੂੰ ਲਾਈਟ ਅਕਾਲੀ ਦਲ ਕਾਂਗਰਸ ਦੀਆਂ ਗੌਰਮੈਂਟਾਂ ਮਿਲੇ ਕਹਿ ਦਿੰਦੇ ਸੀ ਕੈਪਟਨ ਅਮਰਿੰਦਰ ਸਿੰਘ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਕਹਿ ਦੇਣਾ ਵੀ ਅਸੀਂ ਕਿਸਾਨ ਹਤੈਸ਼ੀ ਆ, ਪਰ ਕਿਸਾਨਾਂ ਨੂੰ ਬਿਜਲੀ ਕਦੋਂ ਮਿਲਣੀ? ਰਾਤ ਨੂੰ 12 ਵਜੇ, ਰਾਤ ਨੂੰ 1 ਵਜੇ, ਤੇ ਚੱਲਣੀ 5-6 ਘੰਟੇ ਲਾਈਟ ਚੱਲਣੀ, ਉਹ ਵੀ ਘੰਟਾ ਚੱਲਣੀ 1 ਘੰਟਾ ਕੱਟ, ਅੱਧਾ ਘੰਟਾ ਚੱਲਣੀ ਅੱਧਾ ਘੰਟਾ ਕੱਟ, ਵੀ ਜਿਹੜੀ ਬਿਜਲੀ ਚੱਲਣੀ ਉਹ ਵੀ ਖੱਜਲ ਖਰਾਬ ਕਰਕੇ ਦੇਣੀ। ਹੁਣ ਦਿਨੇ ਦਿਨੇ ਲਾਈਟ ਆਉਂਦੀ ਆ, ਸਵੇਰੇ ਜਦੋਂ ਆਪਾਂ 6 ਵਜੇ ਖੇਤ ਜਾਂਦੇ ਆ, ਜਾਂਦਿਆਂ ਨੂੰ ਲਾਈਟ ਚੱਲਦੀ ਹੁੰਦੀ ਆ। 24 ਘੰਟੇ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਲਾਈਟ ਦਿੱਤੀ ਆ, ਜਿਹੜਾ ਕਿ ਕਿਸਾਨ ਮਾਣ ਨਾਲ ਕਹਿੰਦੇ ਆ ਵੀ ਜਿਵੇਂ ਅੱਗੇ ਜਿਹੜੇ ਸਰਕਾਰੀ ਨੌਕਰੀਆਂ ਵਾਲੇ ਸੀ ਉਹ ਸਵੇਰੇ ਜਾਂਦੇ ਸੀ ਨੌਕਰੀ ਤੇ ਸ਼ਾਮੀ 5 ਵਜੇ ਘਰੇ ਆ ਜਾਂਦੇ ਸੀ। ਹੁਣ ਕਿਸਾਨ ਵੀ ਜਿਹੜੇ ਆ ਉਹ ਨੌਕਰੀ ਵਾਲੇ ਵਾਂਗੂ ਸਵੇਰੇ 7 ਵਜੇ 8 ਵਜੇ ਜਦੋਂ ਮਰਜ਼ੀ ਖੇਤ ਜਾਣ, ਆਪਦੀ ਮੋਟਰ ਛੱਡਣ ਤੇ ਸ਼ਾਮਾਂ ਦੇ 5-6 ਵਜੇ ਤੱਕ ਸੂਰਜ ਢਲਣ ਤੋਂ ਪਹਿਲਾਂ ਪੈਲੀ ਦੀ ਆਪਦੀ ਫਸਲ ਦੀ ਸਿੰਜਾਈ ਕਰਕੇ ਆਪਦੇ ਘਰ ਦੇ ਵਿੱਚ ਆ ਜਾਣ। ਤੇ ਵੇਖੋ ਜੇ ਆਪਾਂ ਡਿਵੈਲਪਮੈਂਟ ਦੀ ਗੱਲ ਕਰਨ ਲੱਗੀਏ, ਇੱਕ ਗੱਲ ਨਹੀਂ, ਹਰ ਪਰਿਵਾਰ ਦਾ ਜਿਹੜਾ ਜੀ ਆ ਜੇ ਉਹ ਮਿਹਨਤ ਕਰੇ ਤੇ ਉਹ ਹਰ ਜੀ ਪੜ੍ਹ ਲਿਖ ਕੇ ਮੈਰਿਟ ਦੇ ਆਧਾਰ ਤੇ ਨੌਕਰੀ ਤੇ ਆ ਸਕਦਾ। ਹੁਣ ਤੱਕ 56,000 ਤੋਂ ਵੱਧ ਜਿਹੜੇ ਬੇਰੁਜ਼ਗਾਰ ਨੌਜਵਾਨ ਬੱਚੇ ਬੱਚੀਆਂ ਉਹਨਾਂ ਨੂੰ ਨੌਕਰੀਆਂ ਦਿੱਤੀਆਂ, ਤੇ ਗਾਂ ਆਉਣ ਵਾਲੇ ਸਮੇਂ ਦੇ ਵਿੱਚ 2 ਲੱਖ ਤੋਂ ਪਲੱਸ ਨੌਕਰੀਆਂ ਦੇ ਜਿਹੜੇ ਆ ਪੰਜਾਬ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਵਸੀਲੇ ਕੀਤੇ ਗਏ ਆ। ਮੈਂ ਨੌਜਵਾਨ ਜਿਹੜੇ ਬੱਚੇ ਬੱਚੀਆਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਜੇ ਪੁਲਿਸ 'ਚ ਜਾਂ ਹੋਮਗਾਰਡ 'ਚ ਜਾਂ ਹੋਰ ਮਹਿਕਮੇ 'ਚ ਭਰਤੀ ਹੋਣਾ,
ਜਿਹੜੇ ਮਹਿਕਮੇ ਤੁਹਾਡਾ ਸਰੀਰ ਤੰਦਰੁਸਤੀ ਵੇਖਦੇ ਆ, ਫਿਟਿੰਗ ਵੇਖਦੇ ਆ, ਤੁਹਾਡੇ ਸਰੀਰ ਨੂੰ ਫਿੱਟ ਵੇਖਦੇ ਆ, ਤੁਸੀਂ ਭੱਜ ਨੱਸ ਕੇ ਆਪਦੇ ਸਰੀਰ ਨੂੰ ਫਿੱਟ ਕਰੋ। ਆਪਦਾ ਲਿਖਤੀ ਟੈਸਟ ਉਹਦੀ ਤਿਆਰੀ ਕਰੋ। ਆਉਣ ਵਾਲੇ ਸਮੇਂ 'ਚ ਬੜੀਆਂ ਭਰਤੀਆਂ ਖੁੱਲ੍ਹਣ ਵਾਲੀਆਂ, 55-56 ਹਜ਼ਾਰ ਨੌਕਰੀਆਂ ਦੇਤੀਆਂ ਤੇ ਆਉਣ ਵਾਲੇ ਸਮੇਂ 'ਚ 1.5 ਲੱਖ ਨੌਕਰੀਆਂ ਦੇ ਕਰੀਬ ਹੋਰ ਨਿਕਲਣੀਆਂ ਜਿਹੜੀਆਂ ਕਿ ਸਰਕਾਰ ਪੈਦਾ ਕੀਤੀਆਂ ਵਾ, ਤੇ ਉਹ ਆਉਣ ਵਾਲੇ ਸਮੇਂ 'ਚ ਨੋਟੀਫਿਕੇਸ਼ਨ ਜਾਰੀ ਹੋਣੇ ਆ। ਤੁਸੀਂ ਤਗੜੇ ਹੋ ਕੇ ਨੌਕਰੀਆਂ ਲੈਣ ਵਾਲੇ ਬਣੋ। ਇੱਥੇ ਮਿਹਨਤੀ ਬੱਚੇ ਦਾ ਜਿਹੜਾ ਵਾ ਉਹ ਮੁੱਲ ਪਾਇਆ ਜਾਂਦਾ। ਨਾਲ ਜਿਹੜੇ ਸਕੂਲ ਆ, ਸਕੂਲਾਂ ਦਾ ਸਿਸਟਮ ਠੀਕ ਕੀਤਾ। ਹਰ ਹਲਕੇ ਦੇ ਵਿੱਚ ਸਕੂਲ ਆਫ ਐਮੀਨੈਂਸ ਬਣਦਾ ਪਿਆ। ਟੀਚਰਾਂ ਨੂੰ ਸਿੰਗਾਪੁਰ ਦੇ ਵਿੱਚ ਜਿਹੜੀ ਆ ਉਹ ਟ੍ਰੇਨਿੰਗ ਮਿਲਦੀ ਪਈ ਆ। ਜਿਹੜੇ ਪ੍ਰਿੰਸੀਪਲ ਆ ਉਹ ਸਿੰਗਾਪੁਰ ਤੋਂ ਟ੍ਰੇਨਿੰਗ ਲੈ ਕੇ ਸਾਡੇ ਬੱਚਿਆਂ ਨੂੰ ਜਦੋਂ ਪੜ੍ਹਾਉਣਗੇ, ਸਾਡੇ ਬੱਚਿਆਂ ਨੂੰ ਜਿਵੇਂ ਵਿਦੇਸ਼ਾਂ ਦੇ ਵਿੱਚ ਵਧੀਆ ਸਹੂਲਤਾਂ ਨੇ, ਉਸੇ ਤਰ੍ਹਾਂ ਹੀ ਸਾਡੇ ਸਕੂਲਾਂ ਦੇ ਵਿੱਚ ਵੀ ਵਧੀਆ ਕੁਆਲਿਟੀ ਦੇ ਬੈਂਚ, ਵਧੀਆ ਕੁਆਲਿਟੀ ਦਾ ਸਾਰਾ ਫਰਨੀਚਰ, LED ਪੈਨਲ, ਕੰਪਿਊਟਰ, LED ਪ੍ਰੋਜੈਕਟਰ ਵੱਡੇ, ਜਿਹੜੇ ਕਿ 2022 ਤੋਂ ਪਹਿਲਾਂ ਕਦੀ ਕਿਸੇ ਸਕੂਲ 'ਚ ਨਹੀਂ ਵੇਖੇ। ਤੇ ਸਾਡੀ ਕੋਸ਼ਿਸ਼ ਆ, ਭਾਵੇਂ ਅਸੀਂ ਪੰਚਾਇਤ ਵੱਲੋਂ ਕਰਾਈਏ ਤੇ ਭਾਵੇਂ ਸਾਡੇ ਸਿੱਖਿਆ ਡਿਪਾਰਟਮੈਂਟ ਵੱਲੋਂ, ਖਾਸ ਕਰਕੇ ਜਿਹੜੇ ਐਲੀਮੈਂਟਰੀ ਸਕੂਲ ਆ, ਸਾਡੀ ਕੋਸ਼ਿਸ਼ ਆ ਵੀ ਉਹ ਸਾਰੇ ਦੇ ਸਾਰੇ ਜਿੰਨੇ ਕਮਰੇ ਆ ਉਹ ਫੁੱਲ AC ਹੋਣ, ਤਾਂ ਜੋ ਜਿਹੜੇ ਉੱਥੇ ਬੱਚੇ ਪੜ੍ਹਦੇ ਆ ਲੋੜਵੰਦ ਪਰਿਵਾਰਾਂ ਦੇ, ਉਹਨਾਂ ਬੱਚਿਆਂ ਨੂੰ ਮਾਣ ਹੋਵੇ ਵੀ ਸਾਡਾ ਸਕੂਲ ਹਲਕੇ ਦੇ ਪ੍ਰਾਈਵੇਟ ਸਕੂਲਾਂ ਨਾਲੋਂ ਕਿਤੇ ਵਧੀਆ, ਸਾਡਾ ਸਕੂਲ 7 ਸਟਾਰ ਹੋਟਲ ਦੇ ਕਮਰਿਆਂ ਨਾਲੋਂ ਵਧੀਆ ਸਕੂਲ ਆ। ਵੀ ਟੌਪ ਦੇ ਸਕੂਲ ਬਣ, ਜਿਹੜੇ ਵੀ ਦੇਸ਼ ਦੇ, ਜਿਹੜੇ ਵੀ ਸੂਬੇ ਦੇ ਸਕੂਲ ਵਧੀਆ ਹੋ ਜਾਣ, ਸਿੱਖਿਆ ਦਾ ਸਿਸਟਮ ਵਧੀਆ ਹੋ ਜੇ, ਸਿਹਤ ਦਾ ਸਿਸਟਮ ਵਧੀਆ ਹੋ ਜੇ, ਤੇ ਸਮਝ ਲਓ ਉਹ ਸੂਬਾ, ਉਹ ਦੇਸ਼ ਤਰੱਕੀ ਕਰ ਜਾਂਦਾ। ਸਾਡੇ ਪੰਜਾਬ ਦੇ ਬੱਚੇ ਜਿਹੜੇ ਆ ਉਹ ਤਰੱਕੀ ਕਰਦੇ ਪਏ ਆ। JEE ਦੀ ਪ੍ਰੀਖਿਆ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਕਲੀਅਰ ਕੀਤੀ ਆ। ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ UPSC ਦੇ ਟੈਸਟ ਭਰਨਗੇ, ਉਹ ਕਲੀਅਰ ਕਰਨਗੇ। DC, SSP, ਜੱਜ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਸਰਕਾਰੀ ਸਕੂਲਾਂ ਦੇ ਬੱਚੇ ਭਰਤੀ ਹੋਣਗੇ। ਨਹੀਂ ਤੇ ਅੱਗੇ ਸਰਕਾਰੀ ਸਕੂਲਾਂ ਜਿਹੜੇ ਬੱਚੇ ਪੜ੍ਹਦੇ ਸੀ, ਉਹਨਾਂ ਦੇ ਮਾਪਿਆਂ ਨੂੰ ਇਹ ਹੋਣਾ ਵੀ ਚਲੋ 12 ਕਰਾ ਦਿਓ, 10 ਕਰਾ ਦਿਓ, ਉਹਦੇ ਬਾਅਦ ਸਰਕਾਰਾਂ ਨੇ ਕਹਿਣਾ ਉਹ ਯਾਰ ਜਿਹੜਾ ਸਰਕਾਰੀ ਸਕੂਲ 'ਚ ਬੱਚਾ ਪੜ੍ਹਿਆ ਵਾ ਉਹਦੇ ਵਾਸ ਦੀ ਗੱਲ ਨਹੀਂ ਗੀ, ਇਹ ਤੇ ਕੋਈ ਪ੍ਰਾਈਵੇਟ ਸਕੂਲ ਦਾ ਬੱਚਾ ਪੜ੍ਹਿਆ ਹੋਵੇ ਤੇ ਉਹ ਨੌਕਰੀ ਜਾ ਸਕਦਾ। ਹੁਣ ਅਸੀਂ ਮਾਣ ਨਾਲ ਕਹਿੰਦੇ ਆ, ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਆ ਉਹ ਹਰ ਪ੍ਰੀਖਿਆ ਕਲੀਅਰ ਕਰ ਸਕਦੇ ਆ, ਉਹ ਹਰ ਟੈਸਟ ਕਲੀਅਰ ਕਰ ਸਕਦੇ ਆ, ਉਹ ਹਰ ਵੱਡੀ ਤੋਂ ਵੱਡੀ ਨੌਕਰੀ ਦੇ ਉੱਤੇ ਜਿਹੜਾ ਟੈਸਟ ਆ ਉਹਨੂੰ ਕਲੀਅਰ ਕਰਕੇ ਉਹ ਹਰ ਵੱਡੀ ਤੋਂ ਵੱਡੀ ਨੌਕਰੀ ਪਾ ਸਕਦੇ ਆ। ਤੇ ਨਾਲ 70,000 ਕਰੋੜ ਰੁਪਏ ਤੋਂ ਵੱਧ ਹੁਣ ਤੱਕ ਸਾਡੇ ਇੱਥੇ ਦੂਜੀਆਂ ਸਟੇਟਾਂ ਤੋਂ, ਦੂਜਿਆਂ ਦੇਸ਼ਾਂ ਤੋਂ ਨਿਵੇਸ਼ ਹੋ ਚੁੱਕਾ, ਜਿਹਦੇ 'ਚ ਇੰਡਸਟਰੀ ਆਈ ਆ, ਕਈ ਤਰ੍ਹਾਂ ਦੀਆਂ ਫੈਕਟਰੀਆਂ ਲੱਗੀਆਂ। ਫੀਡ ਦੀ ਫੈਕਟਰੀ ਪਿਛਲੇ ਦਿਨੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹਦਾ ਉਦਘਾਟਨ ਕੀਤਾ। ਜਿੰਨੇ ਮੈਂ ਕੰਮ ਗਿਣਾਏ ਆ, ਅਜੇ ਜੇ ਮੈਂ ਹੋਰ ਕੰਮ ਦੱਸਣ ਲੱਗਾ ਤਾਂ ਮੈਨੂੰ ਲੱਗਦਾ ਵਾ ਵੀ 1 ਘੰਟਾ ਲੱਗ ਜੂਗਾ। ਅਸੀਂ ਕੰਮ ਦੀ ਰਾਜਨੀਤੀ ਕਰਦੇ ਆ, ਅਸੀਂ ਵਿਕਾਸ ਦੀ ਰਾਜਨੀਤੀ ਕਰਦੇ ਆ, ਅਸੀਂ ਭੈਣਾਂ ਭਰਾਵਾਂ ਦੇ ਨਿੱਜੀ ਕੰਮਾਂ ਦੀ ਰਾਜਨੀਤੀ ਕਰਦੇ ਆ। ਲੋਕਾਂ ਦੇ ਕੰਮ ਕਰਾ ਕੇ ਅਸੀਂ ਫੇਰ ਵੋਟ ਮੰਗਦੇ ਆ। ਇੱਥੇ ਲੋਕੀ ਜਿਹੜੇ ਦੂਜੇ ਰਵਾਇਤੀ ਪਾਰਟੀਆਂ ਵਾਲੇ ਆ, ਉਹ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ, ਦੂਜੀਆਂ ਪਾਰਟੀਆਂ ਨੂੰ ਭੰਡ ਕੇ ਵੋਟ ਮੰਗਦੇ। ਇਹ ਤਾਂ ਭੰਡਿਆਂ ਵੋਟਾਂ ਨਹੀਂ ਮਿਲਣੀਆਂ। ਕੰਮ ਦੀ ਰਾਜਨੀਤੀ, ਵਿਕਾਸ ਦੀ ਰਾਜਨੀਤੀ, ਲੋਕਾਂ ਦੇ ਕੰਮਾਂ ਦੀ ਰਾਜਨੀਤੀ ਕਰਾਂਗੇ, ਲੋਕਾਂ ਦੇ ਪਰਸਨਲ ਕੰਮ ਕਰਾਂਗੇ ਤੇ ਲੋਕ ਵੋਟ ਪਾਉਣਗੇ। ਅਸੀਂ ਅੱਗੇ ਵੀ ਕੰਮ ਕਰਦੇ ਰਹੇ ਹਾਂ। ਸਰਦਾਰ ਹਰਮੀਤ ਸਿੰਘ ਸੰਧੂ ਵੀ ਹਰ ਵੇਲੇ ਹਲਕੇ 'ਚ ਹਾਜ਼ਰ ਰਹਿੰਦੇ ਆ 24 ਘੰਟੇ, ਤੇ ਦਾਸ ਮੇਰਾ ਨਾਲ ਦਾ ਹਲਕਾ ਆ, ਮੈਂ ਹਰ ਵੇਲੇ ਤਾਬੇਦਾਰ ਆ। 24 ਘੰਟੇ ਲੋਕਾਂ ਦੀ ਸੇਵਾ 'ਚ ਹਾਜ਼ਰ ਰਹੀਦਾ। ਸਵੇਰੇ 7 ਵਜੇ ਦਫ਼ਤਰ ਦਾਸ ਬਹਿ ਜਾਂਦਾ, 7 ਵਜੇ ਤੋਂ ਲੈ ਕੇ 12 ਵਜੇ ਤੱਕ ਲੋਕਾਂ ਨੂੰ ਭੁਗਤਾਲੀ ਦਾ, ਹਰ ਵਿਅਕਤੀ ਦਾ ਕੰਮ ਕਰੀਦਾ। ਕਦੀ ਇਹ ਨਹੀਂ ਪੁੱਛਿਆ ਵੀ ਆਮ ਆਦਮੀ ਪਾਰਟੀ ਦੇ ਵੋਟਰ ਸਪੋਰਟਰ ਜੇ, ਇਹ ਨਹੀਂ ਪੁੱਛਿਆ ਵੀ ਵਿਰੋਧੀ ਪਾਰਟੀਆਂ ਦੇ ਜੇ ਵੋਟਰ ਸਪੋਰਟਰ ਜੇ ਤੇ ਪਹਿਲਾਂ ਸ਼ਾਮਲ ਹੋਵੋ ਫਿਰ ਕੰਮ ਕਰਾਂਗੇ। ਭਾਵੇਂ ਸਾਡੇ ਦਫ਼ਤਰ ਕੋਈ ਅਕਾਲੀ ਦਲ ਦਾ ਨੁਮਾਇੰਦਾ ਆ ਜੇ, ਕਾਂਗਰਸ ਦਾ ਆ ਜੇ, BJP ਦਾ ਆ ਜੇ, ਤੁਸੀਂ ਕਿਸੇ ਤੋਂ ਵੀ ਪੁੱਛ ਸਕਦੇ ਜੇ। ਹਰ ਵਿਅਕਤੀ ਦਾ ਇਨਸਾਨੀਅਤ ਦੇ ਨਾਤੇ ਕੰਮ ਕਰੀਦਾ ਵੀ ਜੇ ਪ੍ਰਮਾਤਮਾ ਨੇ ਸੇਵਾ ਦਿੱਤੀ ਆ, ਸਾਡਾ ਫਰਜ਼ ਹੈ ਲੋਕਾਂ ਦੇ ਕੰਮ ਕਰੀਏ। ਤੇ ਇਹ ਰਵਾਇਤ ਆਮ ਆਦਮੀ ਪਾਰਟੀ ਨੇ ਪਾਈ ਆ, ਇਹ ਰਵਾਇਤ ਸਰਦਾਰ ਭਗਵੰਤ ਸਿੰਘ ਮਾਨ ਨੇ ਪਾਈ ਆ। ਯਾਰ ਲੀਡਰ ਜਿਹੜਾ ਜਦੋਂ ਕੋਈ MLA ਬਣ ਜਾਂਦਾ, ਮੰਤਰੀ ਬਣ ਜਾਂਦਾ, ਚੇਅਰਮੈਨ ਸਰਪੰਚ ਬਣ ਜਾਂਦਾ, MP ਬਣ ਜਾਂਦਾ, ਕਿਸੇ ਵੀ ਅਹੁਦੇ ਤੇ ਜਿਹੜਾ ਪੋਲੀਟੀਕਲ ਅਹੁਦਾ ਆ, ਕੋਈ ਜਿਹੜਾ ਚੁਣਿਆ ਨੁਮਾਇੰਦਾ ਆ ਜਾਂ ਸਿਲੈਕਟਡ ਨੁਮਾਇੰਦਾ ਆ, ਉਹਦਾ ਫਰਜ਼ ਬਣਦਾ ਉਹ ਲੋਕਾਂ ਦੇ ਕੰਮ ਕਰੇ। ਉਹ ਸਾਰਿਆਂ ਦਾ ਸਾਂਝਾ ਹੁੰਦਾ ਆ, ਕਿਉਂਕਿ ਸਰਕਾਰ ਲੋਕ ਬਣਾਉਂਦੇ ਆ ਕੰਮਾਂ ਲਈ, ਤੇ ਸਾਡਾ ਫਰਜ਼ ਅਸੀਂ ਕੰਮ ਕਰੀਏ। ਅਸੀਂ ਫੇਰ ਕਹਿੰਦੇ ਆ, ਸਾਡੇ ਭੈਣਾ ਭਰਾ ਨੇ, ਇਸ ਕਰਕੇ ਬੇਨਤੀ ਨਾਲ ਇਹੋ ਹੀ ਆ, ਤੁਹਾਡੀ ਸਰਕਾਰ ਆ, ਆਮ ਲੋਕਾਂ ਦੀ ਸਰਕਾਰ ਆ, ਤੇ ਤਗੜੇ ਹੋ ਕੇ ਆਪਦਾ MLA ਬਣਾ ਲਓ। ਹਰਮੀਤ ਸਿੰਘ ਸੰਧੂ ਨੂੰ ਅੱਗੇ ਵੀ ਤੁਸੀਂ 3 ਵਾਰ ਸੇਵਾ ਬਖਸ਼ੀ ਆ, ਜੇ ਵਾਰ-ਵਾਰ ਤੁਸੀਂ ਜਿਤਾਉਂਦੇ ਰਹੇ, ਜੇ ਉਹਦੇ 'ਚ ਕੋਈ ਗੁਣ ਸੀ ਤੇ ਫੇਰ ਹੀ ਤੁਸੀਂ ਜਿਤਾਉਂਦੇ ਰਹੇ। ਤਗੜੇ ਹੋ ਕੇ ਸਰਦਾਰ ਹਰਮੀਤ ਸਿੰਘ ਸੰਧੂ ਨੂੰ ਆਪਦਾ ਇੱਕ ਕੀਮਤੀ ਵੋਟ 11 ਨਵੰਬਰ ਵਾਲੇ ਦਿਨ ਪਾ ਕੇ ਸਰਦਾਰ ਹਰਮੀਤ ਸਿੰਘ ਸੰਧੂ ਨੂੰ ਫੇਰ ਵਿਧਾਨ ਸਭਾ 'ਚ ਭੇਜੋ, ਤਾਂ ਜੋ ਜਿਹੜਾ ਅੱਗੇ 145 ਕਰੋੜ ਰੁਪਈਆ ਹੁਣ ਤੱਕ
ਪਿਛਲੇ 3-4 ਮਹੀਨਿਆਂ ਦੇ ਵਿੱਚ ਤਰਨਤਾਰਨ ਵਿਧਾਨ ਸਭਾ ਨੂੰ ਦੇਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ। ਤੇ ਆਉਣ ਵਾਲੇ ਸਮੇਂ 'ਚ ਜਿਹੜੀ ਤੁਹਾਡੇ ਇੱਥੇ ਵਿਕਾਸ ਦੀ ਰਫ਼ਤਾਰ ਆ ਉਹਨੂੰ ਹੋਰ ਤੇਜ਼ ਕਰਨ ਲਈ, ਵਿਕਾਸ ਦੇ ਜਿਹੜੇ ਫੰਡ ਨੇ, ਗ੍ਰਾਂਟਾਂ ਨੇ, ਉਹਨਾਂ ਨੂੰ ਹੋਰ ਵਧਾਉਣ ਲਈ ਤਗੜੇ ਹੋ ਕੇ ਸਰਦਾਰ ਹਰਮੀਤ ਸਿੰਘ ਸੰਧੂ ਨੂੰ ਵਿਧਾਨ ਸਭਾ 'ਚ ਭੇਜੋ। ਬਾਕੀ ਤਰਨਤਾਰਨ ਵਿਧਾਨ ਸਭਾ ਦੇ ਲੋਕ ਬੜੇ ਸਿਆਣੇ ਆ, ਤੁਹਾਡੀ ਸਰਕਾਰ ਆ, ਤੁਹਾਡਾ ਹੀ ਐਮਐਲਏ ਹੋਊਗਾ, ਤੁਹਾਡਾ ਫਾਇਦਾ ਹੋਊਗਾ। ਤੁਹਾਡੀਆਂ ਗਲੀਆਂ ਨਾਲੀਆਂ, ਟ੍ਰੀਟਮੈਂਟ ਪਲਾਟ ਜਾਂ ਕੋਈ ਗਰਾਊਂਡਾਂ ਬਣਨ ਵਾਲੀਆਂ ਆ, ਜਾਂ ਅੰਡਰਗਰਾਊਂਡ ਸੀਵਰੇਜ ਸਿਸਟਮ ਦੇ ਪੈਪ ਪੈਣ ਵਾਲੇ ਆ, ਅੰਡਰਗਰਾਊਂਡ ਵਾਟਰ ਸਪਲਾਈ ਦੇ ਪੈਪ ਪੈਣ ਵਾਲੇ ਆ, ਉਹ ਸਾਰੇ ਕੰਮ ਤਾਂ ਹੀ ਦਵਾ ਦਵ ਛੇਤੀ ਤੋਂ ਛੇਤੀ ਨਿਪਰੇ ਚੜ ਸਕਦੇ ਆ ਜੇ ਤੁਹਾਡਾ ਆਪਦਾ ਐਮਐਲਏ ਸਰਦਾਰ ਹਰਮੀਤ ਸਿੰਘ ਸੰਧੂ ਬਣਦਾ। ਤੇ ਮੈਂ ਹੁਣ ਫੇਰ ਇੱਕ ਵਾਰ ਬੇਨਤੀ ਕਰਦਾ, ਸਵੇਰੇ 10 ਵਜੇ ਸਾਰਿਆਂ ਨੇ ਹੁਮ ਹੁਮਾ ਕੇ ਵੱਡੀ ਗਿਣਤੀ ਦੇ ਵਿੱਚ ਬੋੜੀ ਚੌਂਕ ਦੇ ਵਿੱਚ ਪਹੁੰਚਣਾ। ਸਾਰਿਆਂ ਨੂੰ ਪਤਾ ਬੋੜੀ ਚੌਂਕ ਪੂਰਾ ਮਸ਼ਹੂਰ ਚੌਂਕ ਹੈ ਸਾਡੇ ਤਰਨਤਾਰਨ ਡਿਸਟ੍ਰਿਕਟ ਦਾ, ਤਰਨਤਾਰਨ ਸ਼ਹਿਰ ਦਾ। ਬੋੜੀ ਚੌਂਕ ਤੋਂ ਕੁਝ ਹੀ ਮਿੰਟਾਂ ਦਾ ਫਾਸਲਾ ਐਸਡੀਐਮ ਦਫ਼ਤਰ ਦਾ। ਸਾਰਿਆਂ ਨੇ ਆਪਾਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੇ ਨਾਲ ਆਪਾਂ ਸਰਦਾਰ ਹਰਮੀਤ ਸਿੰਘ ਸੰਧੂ ਦੀ ਨੋਮੀਨੇਸ਼ਨ ਭਰ ਲਈ, ਉਹਨਾਂ ਦੇ ਪੇਪਰ ਦਾਖਲ ਕਰਨ ਲਈ ਆਪਾਂ ਜਾਣਾ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਣਮੁੱਲੇ ਵਿਚਾਰ ਸੁਣ ਲਈ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਪਾਂ ਆਉਣਾ ਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ। कैबिनेट मंत्री हरजोत बैस, तरुणप्रीत सौंद, सांसद विक्रमजीत साहनी, वरिष्ठ नेता दीपक बाली और दिल्ली विधायक जरनौल सिंह ने दिल्ली के पंजाब भवन में संयुक्त प्रेस कॉन्फ्रेंस की। इस प्रेस कॉन्फ्रेंस का मुख्य विषय श्री गुरु तेग बहादुर साहिब जी के 350वें शहीदी दिवस के अवसर पर होने वाले कार्यक्रमों की घोषणा की। नौवें पातशाह धन धन श्री गुरु तेग बहादुर साहिब जी, जिन्होंने अपने धर्म के लिए नहीं बल्कि जब किसी और धर्म पर आंच आ रही थी तब अपनी शहादत दी। श्री अनंतपुर साहिब में जब कश्मीरी पंडित कश्मीर से चलकर श्री गुरु तेग बहादुर साहब जी के पास पहुंचते हैं और बोलते हैं कि हमें जो है हमारे हमें धर्म परिवर्तन के लिए मजबूर किया जा रहा है और हमें संरक्षण दीजिए, तब श्री गुरु तेग बहादुर जी ये फैसला करते हैं और औरंगजेब को एक सीधा संदेश भेजते हैं कि अगर तुम मुझे इस्लाम कबूल करा सकते हो तो ये कश्मीरी पंडित, कश्मीरी ब्राह्मण भी इस्लाम कबूल कर लेंगे। वहां से ये सफर शुरू होता है। अनंतपुर साहिब से श्री गुरु तेग बहादुर जी दिल्ली आते हैं। दिल्ली में उनको गिरफ्तार किया जाता है। उनके साथ 3 सिख, भाई सतीदास जी, भाई मतीदास जी, भाई दयाला जी, उनके पर तसीहे किए जाते हैं कि वो किसी तरीके से इस्लाम कबूल लें, पर वो इस्लाम नहीं कबूलते। और गुरुद्वारा जहां पर आज चांदनी चौक में गुरुद्वारा सीसगंज साहिब है दिल्ली में, वहां पर भाई मतीदास जी, भाई सतीदास जी, भाई दयाला जी की भी शहादत होती है और वहीं पर गुरु तेग बहादुर जी का जो है शहादत होती है। वहां से उनका सीस भाई जैता जी, बाबा जीवन सिंह जी वहां से अपनी जान पर खेलकर, और यह भी कहा गया था उस जालिम बादशाह के द्वारा कि कोई गुरु साहब की जो शरीर है उसका संस्कार नहीं करेगा, पर भाई जैता जी ने अपनी जान पर खेलकर सीस को अपनी बुक्कल में लेकर वो अनंतपुर साहिब पहुंचते हैं। सीस का संस्कार अनंतपुर साहिब होता है और उनके बाकी धड़ का संस्कार जहां आज गुरुद्वारा रकाबगंज साहिब है दिल्ली में, वहां होता है। ये शहादत एकलौती दुनिया की ऐसी शहादत है जो जहां अपने पंथ, अपने धर्म, अपनी सोच, अपने वतन के लिए ना होकर पूरी मानवता के लिए है। इस साल हम ऐसे गुरु की 350 साला शहादत जो शताब्दी है वो मना रहे हैं। पंजाब सरकार, हमारे माननीय मुख्यमंत्री भगवंत मान जी के नेतृत्व में हम ये फैसला लिया है कि इसको जिस तरीके से हमारे माननीय मुख्यमंत्री कहते हैं कि जैसे कोई सरकार ओलंपिक्स की तैयारी करती है उस तरीके से हमें इस शहादत को, ताकि पूरे देश में और पूरे विदेशों तक जो है गुरु साहब का संदेश जाना चाहिए कि ह्यूमन राइट्स के लिए सबसे पहली शहादत, इतनी बड़ी शहादत। इसका इन सारे प्रोग्राम्स की शुरुआत 25 अक्टूबर दिल्ली से होगी। 25 अक्टूबर को सुबह 11 बजे पंजाब सरकार के सभी कैबिनेट मिनिस्टर्स, हमारे सारे अधिकारीगण, वो गुरुद्वारा सीसगंज साहिब में अरदास बेनती कर प्रोग्राम्स की शुरुआत होगी और 25 अक्टूबर को शाम को, इसीलिए आज की प्रेस कॉन्फ्रेंस का मकसद है, हम आप सबको आमंत्रित करने आए हैं।
25 अक्टूबर को 6 बजे से रात 11 बजे तक गुरुद्वारा रकाबगंज साहिब दिल्ली में कीर्तन दरबार होंगे, जिनमें माननीय मुख्यमंत्री पंजाब सरदार भगवंत मान जी, माननीय पूर्व मुख्यमंत्री दिल्ली श्री अरविंद केजरीवाल जी और बहुत सारे साधु संत महापुरुष और दिल्ली की सारी संगत को भी हम इसमें आमंत्रित करते हैं। 1 नवंबर से लेकर 18 नवंबर तक पूरे पंजाब के हर एक जिले में लाइट एंड साउंड शो होगा, गुरु साहब के जीवन के बारे में, उनकी शहादत के बारे में। 1 नवंबर से लेकर पंजाब की सभी यूनिवर्सिटीज कॉलेजेस में जो है वो सेमिनार्स ऑर्गेनाइज कराए जाएंगे। 10 नवंबर से लेकर 30 नवंबर तक पंजाब के सभी सरकारी स्कूल, प्राइवेट स्कूल, सब स्कूलों में, पंजाब में लगभग 70 लाख बच्चा पढ़ता है सरकारी प्राइवेट एडेड स्कूल में, चाहे वो किसी भी बोर्ड से संबंधित हो, सब स्कूलों की मॉर्निंग असेंबली में गुरु साहब जी के जीवन के बारे में, उनकी गुरबाणी के बारे में और उनकी शहादत के बारे में बच्चों को 10 से 12 मिनट रोजाना मॉर्निंग असेंबली में पढ़ाया जाएगा। पंजाब में निकाले जा रहे हैं, जिनमें से सबसे पहले नगर कीर्तन की शुभ आरंभ जो होगा वो श्रीनगर से होगा। श्रीनगर कश्मीर में 18 नवंबर को, जहां से ये सारी सफर की शुरुआत हुई थी, जहां से कश्मीरी पंडित गुरु साहब के पास आए थे। 18 नवंबर को गुरुद्वारा छठी पातशाही श्रीनगर में कीर्तन दरबार होगा और 19 नवंबर को सुबह माननीय मुख्यमंत्री पंजाब भगवंत मान जी, माननीय मुख्यमंत्री जम्मू कश्मीर अमर अब्दुल्ला जी, माननीय पूर्व मुख्यमंत्री दिल्ली श्री अरविंद केजरीवाल जी और साधु संत महापुरुषों की रहनुमाई में नगर कीर्तन श्रीनगर से वाया जम्मू पठानकोट होते 22 तारीख को अनंतपुर साहब पहुंचेगा। ऐसे ही पंजाब में 3 और नगर कीर्तन अलग अलग रूट्स पर, एक माजा दोआबा से और 2 मालवे से, ये सब नगर कीर्तन 22 नवंबर को शाम को श्री अनंतपुर साहिब पहुंच जाएंगे और 23, 24 और 25 नवंबर को विश्व पदरी समागम जो हैं वो श्री अनंतपुर साहिब में होंगे, जिसकी तैयारियों के लिए हमारी सारी टीम, माननीय मुख्यमंत्री जी ने हम सबकी ड्यूटी लगाई है। मेरे साथ माननीय टूरिज्म एंड कल्चरल मिनिस्टर हैं, एडवाइजर टू टूरिज्म एंड कल्चरल मिनिस्टर दीपक बाली जी हमारे साथ, हमारे एक और साथी मंत्रीगण हैं, अधिकारीगण हैं। हम पिछले कई महीनों से दिन रात मेहनत कर रहे हैं और एक 3 टेंट सिटी रोजाना 15,000 संगत के रुकने के लिए जो है वो स्थापित की जा रही हैं। 23 नवंबर को सर्वधर्म सम्मेलन, सब धर्मों के जो साधु संत महापुरुष हैं, रहबर हैं, उनको आमंत्रित किया जा रहा है एक ही मंच पर, क्योंकि गुरु तेग बहादुर जी की शहादत जैसे मैंने बताया वो धर्म से ऊपर थी, तो सर्वधर्म सम्मेलन कर रहे हैं। और शाम में जो है 3 दिन ड्रोन शो होगा। पहली बारी पंजाब में 500 ड्रोन्स का ड्रोन शो रोजाना 23, 24 और 25 नवंबर को होगा। 4 शहर पंजाब के जो गुरु साहब के साथ संबंधित हैं, श्री अमृतसर साहिब जहां गुरु साहब का जन्म हुआ, बाबा बकाला साहिब जहां गुरु साहब ने भक्ति की, श्री अनंतपुर साहिब जिसे गुरु साहब ने खुद बसाया, और पटियाला जहां गुरु साहब बहुत समय जिन्होंने वहां पर गुरबानी का प्रचार किया। इन चारों शहरों में स्पेशल मिसाल 3 दिन के लिए रोशन की जाएगी, जिसको हमने शहादत का लोह का नाम दिया है। 24 नवंबर को पंजाब के इतिहास में पहली बारी होगा कि पंजाब की विधानसभा चंडीगढ़ की बजाय श्री अनंतपुर साहिब में लगेगी और 1 दिन का स्पेशल जो विधानसभा सेशन है वो गुरु साहब की शहादत को समर्पित होगा और वो होगा भी श्री अनंतपुर साहिब में। 24 नवंबर को भी ड्रोन शो, शाम में कीर्तन दरबार होगा। 25 नवंबर को जो है ये मेन प्रोग्राम्स होंगे, जिसमें श्री अखंड पाठ साहिब का भोग पड़ेगा, कीर्तन दरबार होगा और एक सरबत दा भला इकट्तरता, इस सरबत दा भला इकट्तरता होगी। और हमारे माननीय मुख्यमंत्री साहब पूरे जितनी संगत आई होगी उसको प्लेज देंगे, दिलवाएंगे ऑर्गन डोनेशन की प्लेज। शाम में फिर कीर्तन दरबार और ड्रोन शो होगा। इन समागमों के लिए पंजाब सरकार की तरफ से हमारे सभी मंत्री पंजाब के 28 मुख्यमंत्रियों को आमंत्रित करने जा रहे हैं। मेरी ड्यूटी कहीं और लगी है, मेरे साथी मंत्री साहब की कहीं। सभी चीफ मिनिस्टर्स, ऑल द चीफ मिनिस्टर्स ऑफ ऑल द स्टेट्स आर बीइंग इनवाइटेड। हमारे माननीय मुख्यमंत्री जी प्रधानमंत्री जी को, राष्ट्रपति जी को, गृह मंत्री जी को इनवाइट करने जाएंगे।
सभी एम्बेसीज के एम्बेसडर्स को इनवाइट किया जा रहा है, सभी सुप्रीम कोर्ट के ऑनरेबल जजेस को इनवाइट किया जा रहा है। हम आप सबको भी आज दिल्ली के सारे मीडिया को आपको भी आमंत्रित कर रहे हैं कि 23, 24, 25 को आप श्री अनंतपुर साहिब जरूर आइए। हमारा अनुमान है कि 1 करोड़ से ज्यादा संगत जो है वो आएंगे। हमने रेलवे मिनिस्ट्री को भी लिखा कि स्पेशल ट्रेन चलाई जाए, एक वंदे भारत चल रही है और स्पेशल ट्रेन चलाई जाए इन समागमों के लिए। और आप सबको आमंत्रित कर रहे हैं कि आप सब जरूर आइए, श्री अनंतपुर साहब जरूर आइए और गुरु साहब की खुशियां प्राप्त करें। पंजाब सरकार की तरफ से ये सारा प्लान है और इसमें हमारे माननीय मुख्यमंत्री जी की तरफ से स्पेशल हम सबको इंस्ट्रक्शंस हैं, चाहे कोई मंत्री है, चाहे कोई विधायक है, चाहे कोई ऑफिसर है, कि ये समागम जो है ये साधु संत महापुरुष इसको लीड करेंगे और हम बतौर सेवादार बनकर जो जो तैयारियां देख रही हैं, पंजाब सरकार उसमें सेवादार की भूमिका निभाएगी। बहुत बहुत धन्यवाद जी। अब मैं बेनती करूंगा हमारे श्री दीपक बाली जी को, वो भी 2 मिनट। बहुत बहुत धन्यवाद बैन साहब। मेरे से पहले माननीय जिस नोडल डिपार्टमेंट की ड्यूटी लगी है ये सारे कार्यक्रम करवाने के लिए, उनके मंत्री कैबिनेट मिनिस्टर तरनप्रीत सिंह सोन साहब और हमारे बहुत ही प्रोमिनेंट लीडर बैन साहब जो एजुकेशन मिनिस्टर हैं, जरनैल सिंह जी, और हमारे सेक्रेटरी अभिनव त्रिखा साहब। मेरे से पहले दोनों मेरे बड़े भाई मंत्री साहबान ने बताया आपको डिटेल्ड सारा प्लान। यही था मुख्यमंत्री साहब का कि हम ये सब समागम, हम तो एक ब्रिज हैं, हम ब्रिज हैं अपने बुजुर्गों और अपने बच्चों के विचकार, पिछली निकल गई पीढ़ी और आने वाली पीढ़ी में। हम अपने गुरुओं की शहादतों के बारे में, जो उन्होंने बियॉन्ड द रिलीजन जाकर अपने निज के लिए नहीं, अपने धन के लिए नहीं, अपने परिवार के लिए नहीं, अपने समाज के लिए नहीं, किसी और धर्म के लिए शहादत दी। ह्यूमन राइट्स की ये दुनिया की सबसे पहली एग्जाम्पल है ह्यूमन राइट्स की। तो माननीय मुख्यमंत्री साहब ने कहा है कि हम भारत सरकार से भी निवेदन करेंगे, लिख के भेजेंगे कि इस डे को ह्यूमन राइट्स के तौर पर जाना चाहिए। कोई ऐसा व्यक्ति, ऐसा संत, ऐसा गुरु जिसके मन में कश्मीर से आए पंडितों ने एक विनती करी कि हमारा धर्म सुरक्षित नहीं है, हमें अपने धर्म में जीने की आज्ञा नहीं है, हमारे ऊपर जुल्म चल रहे हैं, तो वो अनंतपुर साहब से चले और मुगल सल्तनत के साथ बातचीत करने के लिए आए। विचारों का टकराव हुआ और गुरु साहब ने उनकी बात ना मानते हुए शहादत दी। तो ये सिलसिला हमारी कोशिश है कि हम अपनी आने वाली पीढ़ी को बताएं, क्योंकि सिर्फ जो विरासत है, सिर्फ आर्थिक विरासत नहीं होती कि मैंने अपने बच्चों को अपना घर दे दिया, कोठी दे दी, गहने दे दिए, एफडीआर दे दी, जमीन दे दी, जायदाद दे दी, उनमें उनका नाम चढ़ा दिया, रजिस्ट्रियां करवा दी। मेरी बौद्धिक विरासत, मेरी धार्मिक विरासत, मेरी सभ्याचारक विरासत, मेरी भाषाई विरासत, मेरा फर्ज है कि जिस मिट्टी में मैंने जन्म लिया है, जिस मिट्टी का मैंने अन्न खाया है, जिस मिट्टी से मैंने पानी पिया है, जिस मिट्टी में मैंने सांस लिए हैं, वो मिट्टी की आबो हवा, वो मिट्टी का धर्म, समाज, सब कुछ अपनी पीढ़ी को दूं। तो इसीलिए ये सारे के सारे कार्यक्रम इसीलिए रखे जा रहे हैं कि उनकी शहादत ऐसे ही पीढ़ी दर पीढ़ी आगे बढ़ती जाए। और मुख्यमंत्री जैसे बताया है मंत्री जी ने कि भारत के सभी 28 के 28 राज्यों के चीफ मिनिस्टर को बुलाया जा रहा है, जितने भी प्रोमिनेंट कंट्रीज हैं उनके एम्बेसडर्स को बुलाया जा रहा है, चीफ जस्टिस ऑफ इंडिया को बुलाया जा रहा है, पंजाब हरियाणा हाई कोर्ट के सभी जस्टिस उसमें बुलाए जा रहे हैं, प्रोमिनेंट लीडर्स, सिख कम्युनिटीज, पंजाबीज दुनिया में कहीं भी है, चाहे कोई भी और कम्युनिटी जिनकी आस्था गुरु तेग बहादुर साहब की शहादत में, उन सबको बुलाया जा रहा है। और जिस भी यात्रा, जिस भी नगर से, जिस भी शहर से ये नगर कीर्तन निकलेगा, उस दिन के लिए पंजाब, सारे पंजाब में कोई भी ऐसी दुकान जिस पे शराब हो, टोबैको हो और मीट हो, वो बिल्कुल भी खुल नहीं पाएगी जब तक वो नगर कीर्तन उस शहर से निकल नहीं जाता। इट्स ए कंप्लीट इंस्ट्रक्शन गिवन टू द डिपार्टमेंट कि भाई कोई भी, ये सत्कार का मामला है,
हम इसके आगे गुरु साहब के ऊपर प्रति कितना सत्कार हम दे सकते हैं। और माननीय मुख्यमंत्री सरदार भगवंत सिंह मान जी खुद जाएंगे प्राइम मिनिस्टर साहब को, होम मिनिस्टर साहब को, राष्ट्रपति जी को इस समागम में शिरकत करने के लिए इनविटेशन देने। बाकी सब चीज़ें बहुत डिटेल्ड में हो चुकी हैं। तो कश्मीर से शुरू करने का यही था कि जिस तरह से ये शहादती सफ़र शुरू हुआ था कि जब कश्मीर से कश्मीरी पंडित अपनी बेनती लेकर गुरु साहब के पास आए, तो हम कश्मीर से 350 कश्मीरी पंडित अपने नगर कीर्तन में पंजाब लेके आएंगे कि जैसे वो आज से 350 साल पहले आए थे, ऐसे ही फिर हम उनको लेके आए उसी धरती पे जिस धरती पे गुरु साहब के शीश का संस्कार हुआ था। और ये दिल्ली जहाँ रकाबगंज साहब है, यहाँ पे कीर्तन दरबार है, उस जगह पे गुरु साहब की देह का संस्कार हुआ था। एक ऐसा व्यक्ति जिसने मुगल सल्तनत के खिलाफ अपने जुर्रत दिखाते हुए, ऐसा खौफ था तब, तो उसने संस्कार किया था। और जो अरदास जैसे मंत्री जी ने बताया, वो अरदास जो हम 25 अक्टूबर को कर रहे हैं, वो आरंभता की अरदास है कि हम सबसे पहले वही शीशगंज साहब में जाएंगे जहां गुरु साहब का शीश धड़ से अलग हुआ था कि गुरु साहब हम आपके पास आए हैं, हम आपके समागम करने आए हैं, हमें आशीर्वाद दें, हमें अपने चरणों में लगाएं, और ताकि हम अच्छी नीयत के साथ, अच्छी मर्यादा के साथ बिल्कुल वो सारे के सारे समागम जो हम कर पाएं। अब मेरी विनती है माननीय हमारे बड़े भाई जरनैल सिंह जी से कि वो आप सब लोगों के साथ कुछ शब्द साझा। फिलहाल बुलेटिन में बस इतना ही। बने रहे हमारे साथ। नमस्कार।